लो दोस्तों झांती मार लीजिए किन्ने के चूजे ने। लो दोस्तों आज माल है चंद रह गया, चंद चूजे रह गए ने कुछ है ने। बस टाइम अज का फेरा है भापा कहीं थोड़ा अच्छा इन्हें इत्थे भेज देना ठीक है। परचून च विक जाना थोड़ा पिंड च विक जाना अल्लाह खैर करे। आहो परचून च विक जाना बई इन्हां दा है फायदा है खुड्डे च जान या ना जान लेकिन परचून च बड़ा विकदा इन्हां दे इत्थे आके क्योंकि पुराने हो गए ते लोकां नूं पता चल गया कि देसी माल इत्थों मिलदा ते लोग फिर आप आ जांदे ने मेहमान नवाजी वास्ते आ जांदे लैण वास्ते आ जांदे हुंदे ने। बिस्मिल्लाहिर्रहमानिर्रहीम अस्सलाम वालेकुम दोस्तों की हाल चाल जे ठीक ठाक हो। अज कुछ कमेंट वगैरह भी है ने सवाल भी है ने उन्होंने जवाब भाई बगे को लेना जे। भाई बगे सब तो पहले एक सवाल है जी भाई हुण कोल ना कोई 50 तो 60 चूजे ने ठीक है होर भी दोस्तां कोल ज़ाहिर इन्ने है ने घरां च रखे दे ठीक है ते ओ कहंदे ने कि जनाब गमोरो जिहड़ी एनडीआई भी तो उन्होंने कर दित्ती आ तो गमोरो जिहड़ी ओ नहीं मिलदी पई उन्हां नूं छोटी पैकेट नहीं मिलदे पे जिस तरह तू कहंदे छोटी 500 डोज वाली जिहड़ी आ ਉਹ ਨਹੀਂ ਮਿਲਦੀ ਪਈ 1000 ਡੋਜ਼ ਵਾਲੀ ਮਿਲਦੀ ਪਈ ਆ ਤੇ ਉਹ ਦੱਸਣ ਕਿ ਉਹ 1000 ਵਾਲੀ ਕਰ ਜਾਣੀ ਆ ਕੀ ਕਰਨਾ ਉਹਦਾ ਤਰੀਕਾ ਦੱਸੋ। ਕਰਨੀ ਤਾਂ 1000 ਵਾਲੀ ਚਾਹੀਦੀ ਆ। ਦੂਜੇ ਨੰਬਰ ਤੇ ਗੱਲ ਗਮੋਰੋ ਦਾ ਅਸਲ ਆ ਗਿਆ ਵਾ ਤੁਸੀਂ ਇਸ ਤਰ੍ਹਾਂ ਕਰੋਗੇ ਬੁਖਾਰ ਵਾਲੇ ਲੈਣਾ ਪਾਣੀ ਲਓ ਸ਼ਰਬਤ ਅੱਛਾ ਤੇ ਬਰੂਫ ਨੂੰ ਚਲਾਈ ਜਾਓ ਤੈਨੂੰ ਗਮੋਰੋ ਆਏਗੀ ਨਹੀਂ ਮਤਲਬ ਕਿ ਅੱਜ ਕੱਲ੍ਹ ਮੌਸਮੀ ਬੁਖਾਰ ਹੁੰਦਾ ਨਾ ਠੀਕ ਹੈ ਦੇਖੋ ਸਾਡੇ ਇਲਾਕੇ ਛਿੱਟਾਂ ਕੁਛ ਪੈ ਗਈਆਂ ਨੇ ਬਿਮਾਰੀਆਂ ਅੱਧੀਆਂ ਖਤਮ ਹੋ ਗਈਆਂ ਨੇ ਠੀਕ ਹੈ ਜਿਹਨਾਂ ਰਹਿ ਗਈਆਂ ਨੇ ਕੱਲ 2 ਦਿਨ ਬਾਰਿਸ਼ ਲੱਗੀ ਰਹੀ ਆ ਇੱਕ ਦੋ ਦਿਨ ਹੋਰ ਬਾਰਿਸ਼ ਪਈ ਤੇ ਬਿਮਾਰੀਆਂ ਵੈਸੇ ਖਤਮ ਹੋ ਜਾਣੀਆਂ ਨੇ ਖਤਮ ਹੋ ਜਾਣੀਆਂ ਅੱਲਾਹ ਖੈਰ ਜਿਹੜੇ ਅੱਲਾਹ ਬਿਹਤਰ ਕਰੇਗਾ ਧੁੱਪ ਨਾਲ ਹੀ ਖਤਮ ਹੋ ਜਾਣੀਆਂ ਨੇ ਠੀਕ ਹੈ ਤੇ ਇਨਸ਼ਾਅੱਲਾ ਮਰਹਲਾ ਇੱਕ ਨਾ ਬੈੱਡ ਫਲੂ ਬਿਮਾਰੀ ਆ ਅੱਛਾ ਉਹ ਆਇਆ ਸੀ ਅੱਜ ਤੋਂ 7-8 ਦਿਨ ਪਹਿਲੇ ਠੀਕ ਹੈ ਲੇਕਿਨ ਉਹਨੇ ਹੀ ਕੋਈ 15 ਦਿਨ ਹੋਰ ਉਹਦੇ ਅੰਦਾਜ਼ਾ ਰਹਿਣਾ ਮਿਸਾਲ ਇੱਕ ਉਹਨੇ ਛੁੱਟੀਆਂ ਲਾਉਣੀਆਂ ਨੇ ਨਹੀਂ ਛੁੱਟੀਆਂ ਸਮਝ ਲੱਗ ਗਈਆਂ ਉਹਦੀ ਜੇ ਲੱਗਣੀਆਂ ਸੀ ਆਮਸਾ ਲਾਉਣੀਆਂ ਨੇ ਬੈੱਡ ਫਲੋਰ ਹਾਂ ਬੈੱਡ ਫਲੋਰ ਕੀ ਹੁੰਦੀ ਆ ਉਹ ਬਿਮਾਰੀ ਇੱਕ ਹੁੰਦੀ ਆ ਬੈੱਡ ਫਲੋ ਹੁੰਦੀ ਆ ਕਿ ਉਹਨੂੰ ਆਉਂਦੀ ਆ ਬਲੈਲਰ ਨੂੰ ਸਾਹ ਦਾ ਮਸਲਾ ਬਣਦਾ ਅੱਛਾ ਤੇ ਉਹਦਾ ਗੋਹਾ ਜੀ ਉਹ ਪੀਲੀ ਕਰੀ ਕਰੀ ਜਾਂਦੇ ਲੇਕਿਨ ਉਹ ਐਂਡ ਸਮਝ ਉਹਦਾ ਹੋ ਗਿਆ ਬਿਮਾਰੀ ਦਾ ਅੱਛਾ ਤੇ ਬਹਰਹਾਲ ਇਨਸ਼ਾਅੱਲਾ ਚੰਦ ਦਿਨਾਂ ਦੀ ਗੱਲ ਰਹਿ ਗਈ ਆ। ਆਪਣਾ ਜਿਹੜਾ ਦੇਸੀ ਨੇ ਹਾਂਜੀ ਆਪਣੇ ਜਿਹੜੇ ਚੂਦਾ ਮਾਲ ਆ 골ਡਨ ਦੇਸੀ ਇਹਨੂੰ ਵੀ ਪੈਂਦੀ ਆ ਨਹੀਂ ਨਹੀਂ ਇਹਨੂੰ ਨਹੀਂ ਪੈਂਦੀ ਉਹ ਬਲੈਲਰ ਨੂੰ ਪੈਂਦੀ ਆ ਬਲੈਲਰ ਨੂੰ ਪੈਂਦੀ ਆ ਅੱਛਾ ਲੇਕਿਨ ਜਦੋਂ ਬਲੈਲਰ ਤੇ ਜਰਾਸੀਮ ਲੱਗ ਕੇ ਦੇਸੀ ਦਾ ਫਾਰਮ ਹੋ ਗਿਆ ਤੇ ਉਹਨੂੰ ਵੀ ਪੈ ਜਾਂਦੀ ਉਹਨੂੰ ਵੀ ਪੈ ਜਾਂਦੀ ਆ ਠੀਕ ਹੈ ਲੇਕਿਨ ਹੁਣ ਦੇਖੋ ਜਿਸ ਤਰ੍ਹਾਂ ਤੁਹਾਡਾ ਵਾ ਉਹਦੇ ਲਾਗੇ ਅੱਲਾ ਖੈਰ ਦੀ ਬਿਮਾਰੀ ਦਾ ਮਸਲਾ ਹੀ ਕੋਈ ਨਹੀਂ ਹਾਂ ਛੱਡੀ ਕੋਈ ਨਹੀਂ ਹੈਗਾ ਹਵਾਈ ਕਿਸੇ ਕਿਸਮ ਦੀ ਨਹੀਂ ਆਣੀ ਇਸ ਵਾਸਤੇ ਕਿ ਤੁਸੀਂ ਇਨਸ਼ਾਅੱਲਾ ਉਹਦੇ ਤੇ ਕਾਮਯਾਬ ਜੇ ਅੱਲਾ ਖੈਰ ਕੀਤੀ ਹਾਂ ਤੇ ਤੁਹਾਡੇ ਮਨ ਵਿੱਚ ਪ੍ਰੇਜ ਦਾ ਮਸਲਾ ਹੈ ਲੇਕਿਨ ਪ੍ਰੇਜ ਦੀ ਕੋਈ ਟੈਨਸ਼ਨ ਨਹੀਂ ਠੀਕ ਹੈ ਲੇਕਿਨ ਉਹ ਆਸਤਾ ਆਸਤਾ ਖਤਮ ਹੋ ਜਾਏਗਾ ਆਪਣੇ ਦਿਨ ਉਹਨੇ ਲੈਣੇ ਟਾਈਮ ਉਸ ਤੋਂ ਬਾਅਦ ਖਤਮ ਹੋ ਜਾਏਗਾ ਠੀਕ ਹੈ ਤੇ ਬਾਕੀ ਦੋਸਤ ਇਨਸ਼ਾਅੱਲਾ ਖੋਲ ਕੇ ਮਾਲ ਪਾਉਣ ਕੋਈ ਐਸੀ ਸਿਰਫ ਪਾਉਣ ਤੇ ਅੱਧਾ ਕਿਲੋ ਵਾਲਾ ਪਾਉਣ ਠੀਕ ਹੈ ਛੋਟਾ ਮਾਲ ਜਾਣਾ ਉਹ ਬਿਮਾਰੀ ਦੇ ਰਿਲੇਟ ਚ ਆ ਜਾਂਦਾ ਛੋਟਾ ਅੱਜ ਕੱਲ ਠੀਕ ਹੈ ਉਹਨੂੰ ਛੋਟੇ ਮਾਲ ਵਾਸਤੇ ਜਿਹੜਾ ਸਮਝ 15-20 ਦਿਨ ਜਿਹੜੇ ਔਖੇ ਨੇ ਤੇ ਉਸ 10-15 ਦਿਨ ਤੋਂ ਬਾਅਦ ਪਾ ਲੈਣ ਕੋਈ ਐਸੀ ਗੱਲ ਨਹੀਂ 15 ਦਿਨ ਤੋਂ ਹਾਂ ਅੱਧਾ ਕਿਲੋ ਵਾਲਾ ਪਾ ਲਓ ਉਹ ਛੋਟੇ ਨਿਕਲ ਗਿਆ ਜਦੋਂ ਦੇਖੋ 40 ਮਿੰਟ ਤੋਂ ਉੱਤੇ ਹੋ ਜਾਂਦਾ ਨਾ ਉਹ ਬਿਮਾਰੀ ਤੋਂ ਪਾਕ ਹੋ ਜਾਂਦਾ ਫਿਰ ਨਿਕਲ ਜਾਂਦਾ ਠੀਕ ਹੈ ਨਹੀਂ ਤੇ ਸਿਰਫ ਉਹ ਬਿਮਾਰੀ ਇੱਕ ਤਰੀਕੇ ਪੈਂਦੀ ਆ ਕਿ ਜਦੋਂ ਉਹਨੂੰ ਹੀਟ ਅਪ ਹੋਏਗਾ ਚੂਚਾ ਜ਼ਿਆਦਾ ਜਗ੍ਹਾ ਥੋੜੀ ਹੋਗੀ ਚੂਚਾ ਜ਼ਿਆਦਾ ਪਾ ਜਾਏਗਾ ਆਪਾਂ ਉਹ ਜ਼ਰੂਰ ਲੇਕਿਨ ਹਿਸਾਬ ਦਾ ਥੋੜਾ ਪਾਓ ਅੱਧ ਪਾਓ ਅਗਰ 1000 ਪੈਂਦਾ ਤਾਂ 500 ਪਾ ਲਓ ਠੀਕ ਹੈ ਇਹਨਾਂ ਦਿਨਾਂ ਦੇ ਵਿੱਚ ਲੇਕਿਨ ਉਹਦੇ ਵਿੱਚ 1000 ਦੀ ਜਗ੍ਹਾ ਸਮਝ ਜੀ ਨਾ 1100-1200 ਕਰੀਬ ਨਾ ਪਾਏ ਅੱਜ ਕੱਲ ਚ ਤੁਹਾਨੂੰ ਦੱਸਣਾ ਕਿ ਜੇ ਤੱਪੜ ਬਿਲਕੁਲ ਆਦਿ ਚ ਕਰ ਦਿਓ ਪੱਕੇ ਠੀਕ ਹੈ ਉਹਨੂੰ ਰਾਤ ਦੇ ਤੱਪੜ ਲਾਓ ਹੀ ਨਾ ਕੋਈ ਨਹੀਂ ਦੋਸਤੋ ਆਦਿ ਚ ਤੱਪੜ ਤੁਸੀਂ ਇਨਸ਼ਾਅੱਲਾ ਜ਼ਰੂਰ ਲਾਓ ਕਿਉਂਕਿ ਮੁਕੰਮਲ ਲਾਉਣ ਦਾ ਮਕਸਦ ਕੋਈ ਨਹੀਂ ਠੀਕ ਹੈ ਜਿਨ੍ਹਾਂ ਕਮਰਿਆਂ ਚੂਚੇ ਪਾਏ ਨੇ ਅੰਦਰੋਂ ਆ ਕੇ 1 ਘੰਟਾ ਜਾਣਾ ਅਸੀਂ ਗੈਸ ਬਾਹਰ ਕੱਢ ਛੜਾ ਕਰੋ ਦਰਵਾਜ਼ਾ ਖੋਲ ਦੇਣ ਕਰਨਾ ਹਾਂ ਨਹੀਂ ਆਹੋ ਦਰਵਾਜ਼ੇ ਤੋਂ ਅਗਰ ਕਈਆਂ ਨੇ ਕਮਰਿਆਂ 'ਚ ਪਾਏ ਦਾ ਨਾ ਜਾਲੀਆਂ ਨਹੀਂ ਲਾਈਆਂ ਵਿੱਚ ਆਹ ਅੰਦਰ ਰੱਖ ਕੇ ਨਾ ਦਰਵਾਜ਼ੇ ਦੇ ਤੇ ਪੱਖਾ ਬਾਹਰ ਨੂੰ ਲਾ ਦਿਆ ਕਰੋ ਦਰਵਾਜ਼ਾ ਖੋਲ ਕੇ ਠੀਕ ਆ ਬਾਈ ਟੈਕ 10 ਮਿੰਟ ਲੇਕਿਨ ਹੀਟ ਜਿਹੜੀ ਆ ਉਹਦੀ 23 23 ਹੋਈ ਤੇ ਜ਼ਰੂਰਤ ਨਹੀਂ ਆ ਲਾਉਣ ਦੀ ਫਿਰ ਜ਼ਰੂਰਤ ਕੋਈ ਨਹੀਂ ਅਗਰ ਜ਼ਿਆਦਾ ਹੋ ਜਾਏ ਤੇ ਫਿਰ ਉਹਨੂੰ ਜ਼ਰੂਰਤ ਹੈ ਪੱਖਾ ਲਾ ਦੇ 28 29 ਹੋ ਜਾਏ ਨਾ 28 29 ਤੇ ਫਿਰ ਉੱਤੇ ਲਾ ਦੇ ਹਾਂ ਠੀਕ ਹੈ ਨਹੀਂ ਜਿਹੜਾ ਸਵਾਲ ਸਾਡਾ ਸੀ ਗਮੋਰ ਵਾਲਾ ਹਾਂ ਉਹਨੂੰ ਉਹਦੇ ਬਰੋਫਨ ਨੂੰ ਪਾਣਾ ਸ਼ੁਰੂ ਕਰੋ ਹਾਂ ਗਮੋਰ ਅਗਰ ਨਹੀਂ ਕਰਵਾ ਸਕਦਾ ਤੇ ਕੀ ਕਰਨਾ ਚਾਹੀਦਾ ਬਰੋਫਨ ਸ਼ਰਬਤ ਨੂੰ ਲਾਜ਼ਮੀ ਪਾਓ ਕਿੰਨੇ ਦਿਨ ਉਹਨੂੰ 3-4 ਦਿਨ ਲਗਾਤਾਰ ਪਾਇਆ ਕਰੋ ਅੱਛਾ ਕਿੰਨੇ ਦਿਨ ਤੋਂ ਬਾਅਦ 15 ਦਿਨਾਂ ਤੋਂ ਬਾਅਦ ਅੱਛਾ 15 ਦਿਨਾਂ ਤੋਂ ਬਾਅਦ 4 ਦਿਨ ਲਗਾਤਾਰ ਪਾਇਆ ਕਰੋ ਕਿਉਂਕਿ ਲਗਾਤਾਰ ਵੀ ਨਹੀਂ ਪਾਣਾ ਫਿਰ ਫਿਫਰਿਆਂ ਦਾ ਅਸਰ ਪੈ ਜਾਂਦਾ ਯਾਰ ਕਿ 15 ਦਿਨ ਦਾ ਵਫਾ ਪਾ ਕੇ ਪਕਾ ਤੇ 4 ਦਿਨ ਪਾਣਾ 4 ਦਿਨ ਪਾਉਣ ਤੋਂ ਬਾਅਦ ਫਿਰ 15 ਦਿਨ ਦਾ ਵਫਾ ਪਾ ਕੇ ਫਿਰ ਉਹੀ ਲੇਕਿਨ ਬਰੋਫਨ ਦਾ ਇਸਤੇਮਾਲ ਜ਼ਰੂਰੀ ਹੋ ਗਿਆ ਜੀ ਠੀਕ ਹੈ ਉਹ ਲਾਜ਼ਮੀ ਪਾਓ ਇਹਨਾਂ ਫਿਰ ਬਿਮਾਰੀ ਮਸਲਾ ਕੋਈ ਨਹੀਂ ਆਏਗਾ ਠੀਕ ਹੈ ਸਭ ਤੋਂ ਮੇਨ ਦਾ ਸਿਰਫ ਮਕਸਦ ਹੈ ਗਰਮੀ ਤੋਂ ਬਚਾਓ ਤਾਂ ਕਿ ਥੋੜੇ ਪਾਓ ਵੱਧ ਨਹੀਂ ਕਾਰੋਬਾਰ ਕਰਨਾ ਇੱਕ ਚੀਜ਼ ਹੋਰ ਦੋਸਤੋ ਅਸੀਂ ਬਾਰ-ਬਾਰ ਕਹਿ ਰਹੇ ਨੇ ਕਿ ਗਰਮੀ ਹੀਟ ਤੋਂ ਬਚਾਣਾ ਕਿਤੇ ਮਤ ਤੁਸੀਂ ਐ ਨਾ ਹੋਏ ਕਿ ਜਨਾਬ ਚੂਜ਼ੇ ਨੂੰ ਅੰਦਰ ਗਰਮੀ ਲੱਗਦੀ ਫਿਰ ਤੁਸੀਂ ਜਨਾਬ ਉੱਤੇ ਛੱਤ ਵਾਲਾ ਪੱਖਾ ਲਾ ਦਿਓ ਜਾਂ ਦੂਸਰਾ ਫਰਸ਼ੀ ਪੱਖਾ ਲਾ ਦਿਓ ਪੱਖਾ ਨਹੀਂ ਤੁਸੀਂ ਲਾਉਣਾ ਹੈਗਾ ਠੀਕ ਹੈ ਨਾ ਦੋਸਤੋ ਗਰਮੀ ਨੂੰ ਹੀਟ ਨੂੰ ਕਮ ਕਰਨ ਵਾਸਤੇ ਹੋਰ ਤਰੀਕਾਕਾਰ ਹੈਗਾ
ਪੱਖਾ ਲਗਾਉਣਾ ਨਹੀਂ ਹੈਗਾ, ਠੀਕ ਹੈ ਨਾ। ਐਸਾ ਨਾ ਹੋਏ ਕਿ ਤੁਸੀਂ ਨਾ ਉਹਨੂੰ ਪੱਖਾ ਲਗਾ ਦਿਓ ਤੇ ਚੂਜ਼ੇ ਨੂੰ ਹੋਰ ਮਸਲਾ ਬਣ ਜਾਏ। ਪੱਖਾ ਤੁਸੀਂ ਲਗਾਉਣਾ ਹੈ, ਫਰਸ਼ੀ ਪੱਖਾ ਲਗਾਓ ਜਿਹੜਾ ਆਮ ਘਰ ਦੇ ਵਿੱਚ ਚੱਲਦਾ ਜਾ, ਲੇਕਿਨ ਉਹਨੂੰ ਬਾਹਰਲੀ ਸਾਈਡ ਤੇ ਕਰਕੇ ਲਾਉਂਦਾ, ਮੂੰਹ ਬਾਹਰਲੀ ਸਾਈਡ ਤੇ ਹੋਣਾ ਚਾਹੀਦਾ ਤਾਂ ਕਿ ਉਹ ਅੰਦਰ ਦੀ ਹੀਟ ਜਿਹੜੀ ਆ ਬਾਹਰ ਨੂੰ ਕੱਢੇ। ਚੂਚੇ ਵਾਲੀ ਸਾਈਡ ਨੂੰ ਕਰਕੇ ਨਹੀਂ ਤੁਸੀਂ ਲਗਾਉਣਾ ਹੈਗਾ। ਹਾਂ, ਚੂਚਾ ਨੂੰ ਫਿਰ ਉਹ ਨਜ਼ਰਾਂ ਚ ਕੰਮ ਆ ਜਾਂਦਾ ਕਿਉਂਕਿ ਇੱਕਦਮ ਹੀਟ ਅਪ ਖਤਮ ਹੋ ਜਾਂਦੀ ਹੈ ਹਾਂਜੀ, ਤੇ ਫਿਰ ਨਜ਼ਰਾਂ ਚ ਕੰਮ। ਲੇਕਿਨ ਬਰੂਫਨ ਜਿਹਾ ਇਸਤੇਮਾਲ ਉਹ ਬਹੁਤ ਜ਼ਰੂਰੀ ਜੇ ਇਹ ਦਿਨਾਂ ਦੇ ਵਿੱਚ। ਹਾਂ ਅੱਗੋਂ ਦੀ ਖੈਰ ਸਾ, ਲੇਕਿਨ ਉਹਨੂੰ ਚਲਾਉਂਦੇ ਰਿਹਾ ਕਰੋ ਕਿਉਂਕਿ 100 ਚੂਚਾ ਦਿੱਕਤ ਤੇ ਬਿਮਾਰ ਲਾਜ਼ਮੀ ਹੋ ਜਾਂਦਾ। ਹੋ ਜਾਂਦਾ ਠੀਕ ਹੈ। ਸਿਰ ਦਰਦ ਕਿਸੇ ਨੂੰ ਕੋਈ ਦਰਦ ਹੋ ਜਾਂਦੀ ਆ ਹਾਂਜੀ, ਤੇ ਫਿਰ ਉਹਦੀ ਵਜ੍ਹਾ ਹੋਰ ਜ਼ਿਆਦਾ ਮਸਲਾ ਵਾਇਰਸ ਨਹੀਂ ਵੱਧਦਾ। ਠੀਕ ਹੈ। ਜਿਹੜੀ ਬੈਲ ਫਲੋਰ ਤੁਸੀਂ ਕਹਿ ਰਹੇ ਹੋ ਉਹ ਬਿਮਾਰੀ ਹੈ, ਹਾਂਜੀ, ਇਹ ਕਿਸ ਵਜ੍ਹਾ ਤੋਂ ਉਹ ਆਉਂਦੀ ਹੈ? ਗਰਮੀ ਦੀ ਵਜ੍ਹਾ ਤੋਂ ਹੁੰਦੀ। ਗਰਮੀ ਦੀ ਵਜ੍ਹਾ ਹੁੰਦੀ ਹੈ। ਕਰਦੀ ਕੀ ਹੈ ਚੂਜ਼ੇ ਦਾ ਮਸਲਾ ਕੀ ਕਰਦੀ ਹੈ? ਚੂਚੇ ਦਾ ਪਹਿਲੇ ਨੰਬਰ ਤੇ ਸਾਹ ਘੁੱਟਣਾ ਹੁੰਦਾ। ਅੱਛਾ। ਦੂਸਰੇ ਨੰਬਰ ਤੇ ਸਾਹ ਘੁੱਟਦਾ ਸਾਰੀ ਉਹ ਐਡੀ ਕੁ ਤੇਜ਼ ਬਿਮਾਰੀ ਫੈਲਦੀ ਆ ਹੂੰ ਕਿ ਸਾਰੇ ਮਾਲ ਦੇ ਵਿੱਚ ਮਿੰਟ ਲਾ ਹਵਾ ਵਾਂਗੂ ਫੈਲ ਜਾਂਦੀ ਆ। ਓਏ ਹੋਏ ਹੋਏ, ਅੱਛਾ। ਤੇ ਉਹ ਸਿਰਫ ਗਰਮੀ ਦੀ ਵਜ੍ਹਾ ਤੋਂ ਆਉਂਦੀ ਹੈ। ਜਦੋਂ ਸਾਡੀਆਂ ਕੰਧਾਂ ਗਰਮ ਹੋ ਜਾਂਦੀਆਂ ਨੇ, ਹੂੰ ਛੱਤ ਹੁੰਦੀ ਹੈ ਦੂਸਰੀ ਦੂਆ ਛੋਦ ਪੱਕੀ ਹੁੰਦੀ ਛੱਤ, ਪੱਕੀ ਹੁੰਦੀ ਆ, ਠੀਕ ਹੈ। ਇੱਕ ਨੂੰ ਬਿਮਾਰੀ ਆ ਤੇ ਨਾਲ ਦੂਜੇ ਛੱਡਾਂ ਨੂੰ ਵੀ ਆ ਜਾਂਦੀ ਹੈ। ਵਾਇਰਸ ਆ ਜਾਂਦਾ। ਦੇਖੋ ਦੋਸਤੋ ਕਿ ਛੱਤ ਕੱਚੀ ਰੱਖਣ ਦਾ ਵੀ ਇੱਕ ਮਕਸਦ ਹੈਗਾ ਜੇ। ਹਾਂਜੀ। ਦੇਖੋ ਨਾ ਬਾਲੇ ਵਾਲੀ ਛੱਤ ਇਹ ਸਿਰਕੀ ਪਾ ਕੇ ਛੱਤ ਬਣਾਉਣੀ ਹੈ ਨਾ, ਉਹਦਾ ਵੀ ਇੱਕ ਮਕਸਦ ਹੈਗਾ ਜੇ। ਇਹਨਾਂ ਦਿਨਾਂ 'ਚ ਉਹਦਾ ਫਾਇਦਾ ਹੈਗਾ ਜੇ, ਇਹਨਾਂ ਠੀਕ ਹੈ ਨਾ। ਦਾ ਫਾਇਦਾ ਇਹਨਾਂ ਦਿਨਾਂ 'ਚ ਫਾਇਦਾ ਹੈਗਾ ਕਿ ਉਹ ਠੰਡੀ ਰਹਿੰਦੀ ਆ। ਜਿਹੜੇ ਅਸੀਂ ਸਿਮਟ ਦੇ ਜਾਂ ਲੈਂਟਰ ਪਾ ਕੇ ਬਣਾਏ ਦੇ ਛੱਤ, ਲੈਂਟਰ ਉਹਦੇ ਉੱਤੇ ਦੋ ਸਮਝ ਅੱਧਾ ਫੁੱਟ ਜਾਣਾ ਮਿੱਟੀ ਲਾਜ਼ਮੀ ਚਾੜੋ। ਹਾਂ ਮੈਂ ਜਿਹੜੀ ਸਲੇਪਾਂ ਦੀ ਸਹਾਰਾ 7 ਪਾਉਂਦੇ ਆ, ਹਾਂਜੀ ਹਾਂਜੀ, ਇਹਦੇ ਉੱਤੇ ਰੇਡੀ ਤੇ ਨਹੀਂ ਚੱਲਦੀ। ਨਹੀਂ ਚੱਲਦੀ। ਤੁਸੀਂ ਨੰਬਰ ਤੇ ਹੈ ਕਿ ਅੱਧਾ ਫੁੱਟ ਜਿਹੜਾ ਮਿੱਟੀ ਜਿਹੜੀ 6 ਇੰਚ ਉਹ ਲਾਜ਼ਮੀ ਇਹਨਾਂ ਦਿਨਾਂ 'ਚ ਪਹਾੜੋ, ਇਸ ਵਾਸਤੇ ਕਿ ਜਨਾਬ ਛੱਤ ਵੀ ਠੰਡੀ ਹੋਵੇ ਤਾਂ ਕਿ ਅੰਦਰ ਹੀਟ ਜ਼ਿਆਦਾ ਨਾ ਹੋ ਸਕੇ। ਇਸ ਕਰਕੇ ਕੱਚੀ ਛੱਤ ਤੁਹਾਨੂੰ ਦੱਸਿਆ ਹੀ ਬਣਾਉਣੀ ਆ। ਬਾਲਿਆਂ ਵਾਲੀ ਛੱਤ ਬਣਾਉਣੀ ਹੈ, ਸਿਰਕੀ ਪਾ ਕੇ ਬਣਾਉਣੀ ਹੈ, ਛਾਪਰ ਪਾ ਕੇ ਫਿਰ ਬਣਾਉਣੀ ਹੈ, ਤਾਂ ਉਹਦਾ ਇਹਨਾਂ ਦਿਨਾਂ 'ਚ ਫਾਇਦਾ ਆਉਣਾ ਜੇ। ਇਹ ਜਿਹੜੇ ਹੁਣ ਦਿਨ ਚੱਲ ਰਹੇ ਆ ਨਾ, ਇਹਨਾਂ ਦਿਨਾਂ 'ਚ ਫਾਇਦਾ ਆਉਣਾ ਜੇ। ਭਾਜੀ ਮੈਂ ਦੇਖਣਾ ਪਿਆ ਵਾ ਕਿ ਸਬਜ਼ੀਆਂ ਨਾਲੋਂ ਗਰਮੀਆਂ ਦੀ ਬਿਮਾਰੀਆਂ ਬਹੁਤੀਆਂ ਜ਼ਿਆਦਾ ਨਹੀਂ। ਹਾਂ, ਗਰਮੀਆਂ ਦੀ ਸਿਰ ਪਤਾ ਕੀ, ਜਦੋਂ ਮੱਛਰ ਮਰ ਜਾਂਦਾ ਨਾ, ਕੀੜੇ ਮਕੌੜੇ ਮਰਦੇ ਨੇ ਇਹਦੇ ਨਾਲ, ਧੁੱਪ ਦੇ ਨਾਲ, ਫਿਰ ਉਹ ਬਦਬੂ ਜਿਹੜੀ ਉੱਠਦੀ ਹੈ ਉਹਦੀ ਵਜ੍ਹਾ ਵਾਇਰਸ ਫਿਰ ਆ ਜਾਂਦਾ ਵਾ। ਅੱਛਾ। ਤੇ ਜਿਹਦੀ ਵਜ੍ਹਾ ਤੋਂ ਅੱਜ ਕੱਲ੍ਹ ਐਵੇਂ ਸਰਦੀ ਵਿੱਚ ਹਰ ਚੀਜ਼ ਸਾਫ਼ ਪਾ ਕੇ ਹੁੰਦੀ ਆ, ਠੰਡ ਰਹਿੰਦੀ ਆ, ਕੋਈ ਬੋ ਨਹੀਂ ਆਉਂਦੀ ਕਿਸੇ ਕਿਸਮ ਦੀ ਵੀ ਨਹੀਂ, ਠੀਕ ਹੈ। ਲੇਕਿਨ ਗਰਮੀ ਦੇ ਵਿੱਚ ਆਬੋ ਹਵਾਵਾਂ ਗੰਦੀਆਂ ਗੰਦੀਆਂ ਹਨੇਰੀਆਂ ਚੱਲਦੀਆਂ ਨੇ, ਦੂਰੋਂ ਹਵਾਵਾਂ ਆਉਂਦੀਆਂ ਨੇ, 10-10 ਕਿਲੋਮੀਟਰ ਦੂਰੋਂ, 50-50 ਮੀਲ ਤੋਂ ਆਉਂਦੀਆਂ ਨੇ, ਤੇ ਉਧਰ ਘਟਾ ਡੰਗਰ ਵੱਛਾ ਮਰਿਆ ਹੋਏ ਤਾਂ ਬੋ ਲੈ ਜਾਂਦੇ ਧੱਕੇ। ਠੀਕ ਹੈ। ਇਹਦੇ ਵਿੱਚ ਫਿਰ ਦੋਸਤੋ ਜਿਸ ਟਾਈਮ ਹਨੇਰੀ ਚੱਲਣੀ, ਪਰਦੇ ਬਹੁਤ ਜ਼ਰੂਰੀ ਨੇ। ਪਰਦੇ ਲਾ ਦੋ, ਪਰਦੇ ਕੁੰਜ ਦੇ ਤਾਂ ਕਰਦੇ ਹੋ। ਪਰਦੇ ਜਿਸ ਟਾਈਮ ਘੰਟੇ ਬਾਅਦ ਜਾਂ 10 ਮਿੰਟਾਂ ਬਾਅਦ ਹਟ ਜਾਂਦੀ ਹੁੰਦੀ ਆ, ਹਾਂ ਠੀਕ ਫਿਰ ਹੈ। ਦੱਸੀ ਠਾਂ ਕਰ ਦੋ, ਤਾਂ ਕਰ ਦਿਓ, ਉਹ ਜਿਹੜੀ ਬਿਮਾਰੀ ਦੇ ਹਾਲਾਤ ਯਾਰ ਅਸੀਂ ਨੂੰ ਅੱਗੇ ਨਿਕਲ ਜਾਂਦੇ ਨੇ। ਠੀਕ ਹੈ। ਤੇ ਦੋਸਤੋ ਜਿਹੜਾ ਚੂਨਾ ਜਿਹੜਾ ਨਾ ਕਮ ਸੇ ਕਮ ਹੀ ਤੁਸੀਂ ਹਫਤੇ ਬਾਅਦ ਜਿਹੜਾ ਨਾ ਉਹ 5 ਕਿਲੋ ਜਿਹੜਾ ਨਾ ਉਹਨੂੰ ਰੱਖ ਕੇ ਨਾ ਉਹਦੇ ਤੋੜੇ ਤੇ, ਅੱਛਾ, ਤੇ ਉਹਨੂੰ ਕੁੱਟ ਕੇ ਰੱਖ ਉਹਨੂੰ ਜਿਵੇਂ ਮਿੱਟ ਹੁੰਦਾ ਗਿਲਟੇ, ਉਹਨਾਂ ਨੂੰ ਪਾਣੀ ਤੋਂ ਸੁੱਟ ਕੇ ਤੇ 2-5 ਮਿੰਟਾਂ ਬਾਅਦ ਹੱਲ ਹੋ ਜਾਂਦਾ ਵਾ। ਠੀਕ ਹੈ। ਉਹ ਫੜ ਕੇ ਨਾ ਤੇ ਫਿਰ ਛਾਪਰਾ ਨੂੰ ਪਾ ਕੇ ਸਾਰੇ ਫਾਰਮ ਦੇ ਦਵਾਈ ਲਾਜ਼ਮੀ ਸੁੱਟਿਆ ਕਰੋ, ਠੀਕ ਹੈ, ਤਾਂ ਕਿ ਜਿਹੜੀ ਵੇਟ ਬਦਬੂ ਜਿਹੜੀ ਵੀ ਆਪਣੇ ਸਾਰੇ ਪੈਰਾਂ ਦੇ ਅੰਦਰ ਜਰਾਸੀਮ ਜਾਂਦੇ ਆ ਉਹ ਨਾ ਜਾਣ ਕਰਨਗੇ। ਇਹ ਬਾਹਰਲੀ ਸਾਈਡ ਤੇ ਸੁੱਟਣੀ ਹੈ, ਬਾਹਰਲੀ ਸਾਈਡ ਬਾਹਰਲੀ ਸਾਈਡ ਤੇ ਅੰਦਰ ਨਹੀਂ ਸੁੱਟਣੇ, ਤੇ ਜਿੱਥੇ ਵੜਨਾ ਵਾ ਦਰਵਾਜ਼ੇ ਦੇ ਅੱਗੇ ਵੀ ਸੁੱਟਣਾ ਵਾ। ਸ਼ੈਡ ਦੇ ਅੰਦਰ ਜਿਹੜਾ ਮਹਿਮਾਨ ਵੀ ਆਵੇ, ਜਿਹੜਾ ਵੀ ਆਵੇ, ਉਹ ਲਾਜ਼ਮੀ ਸਮਝਣਾ ਉਹਦੇ ਉੱਤੇ ਪੈਰ ਰੱਖ ਕੇ ਨਾ ਦਿਨਾਂ ਦੇ ਵਿੱਚ ਅੰਦਰ ਜਾਵੇ। ਠੀਕ ਹੈ। ਇਹਦਾ ਜਿਹੜਾ ਨਾ ਚੂਨਾ ਇਸਤੇਮਾਲ ਬਿਲਕੁਲ ਜ਼ਰੂਰੀ ਹੋ ਗਿਆ ਜਾਂ ਦਿਨਾਂ ਵਿੱਚ, ਠੀਕ ਹੈ। ਕਿਉਂਕਿ ਜਦੋਂ ਬਾਹਰ ਹਵਾ ਚੱਲਦੀ ਹੈ ਨਾ ਜਾਂ ਚਿੱਕੜ ਖੋਬਾ ਹੁੰਦਾ, ਗਲੀਆਂ ਦੀ ਜਰਾਸੀਮ ਜਿਹੜੇ ਨੇ ਉਹ ਅਸੀਂ ਫਾਰਮ ਦੇ ਅੰਦਰ ਲੈ ਆਈਦੇ ਆ। ਆਪ ਹੀ ਆ ਕੇ ਇੱਕ ਦਿਨ ਘਰ ਆਉਂਦੇ ਅੱਗੇ ਪਿੱਛੇ, ਤੇ ਇਹ ਜੁੱਤੀ ਦੇ ਥੱਲੇ ਯਾਰ ਲਾਗੂਆ ਸ਼ਵਾ ਲੱਗਾ ਜੋਰ ਨਹੀਂ ਹੁੰਦਾ, ਇਹਦੇ ਯਾਰ ਅਸੀਂ ਮੰਦਰ ਜਾਂਦੇ ਹਾਂ। ਠੀਕ ਹੈ। ਇਹਦਾ ਸਿਰਫ 3 ਮਹੀਨੇ ਦੀ ਤਿਆਰ ਸੀ। ਆ ਜਿਹੜੇ 3 ਮਹੀਨੇ ਚੱਲਦੇ ਪਏ ਨੇ। ਹਾਂ 3 ਮਹੀਨੇ ਸੌਣ ਬਾਅਦ। ਹਾਂ ਠੀਕ ਹੈ। ਹਾਂ, ਜਿੱਦਾਂ ਬਾਰਿਸ਼ ਖੁੱਲ ਕੇ ਪੈ ਗਈ ਉਦੋਂ ਬਸ ਕੰਮ ਖਤਮ ਹੋ ਜਾਣਾ। ਜਦੋਂ ਬਾਰਿਸ਼ ਖੁੱਲ ਕੇ ਪੈ ਗਈ ਤੇ ਬਿਮਾਰੀਆਂ ਵਾਲਾ ਕੰਮ, ਬਿਮਾਰੀਆਂ ਬਿਲਕੁਲ ਧੁੱਪ ਜਾਂਦੀਆਂ ਨੇ, ਖਤਮ ਹੋ ਜਾਂਦੀਆਂ। ਇਹ ਜਿਹੜਾ ਤੁਸੀਂ ਚੂਨਾ ਕਹਿ ਰਹੇ ਹੋ, ਜਿੱਥੇ ਅਸੀਂ ਚੂਜ਼ੇ ਪਾਏ ਦੇ ਛੱਡ ਦੇ ਅੰਦਰ ਤੇ ਨਹੀਂ ਖਿਲਾਰਨਾ? ਨਹੀਂ ਬਾਹਰ ਅੰਦਰ ਕੋਈ ਖਿਲਾਰਿਆ ਜਾਏ ਤੇ ਨੁਕਸਾਨ ਹੋਏਗਾ? ਨਹੀਂ ਅੰਦਰ ਤਾਂ ਖਿਲਾਰ ਨਹੀਂ, ਠੀਕ ਹੈ। ਅੰਦਰ ਤਾਂ ਨਹੀਂ। ਤੇ ਜਾਲੀਆਂ ਦਾ ਆਲੇ ਦੁਆਲੇ ਪਤਾ ਕਿਉਂ, ਅਸੀਂ ਹਰ ਟਾਈਮ ਜਾਲੀਆਂ ਦਾ ਆਲੇ ਦੁਆਲੇ ਪਰਦੇ ਫਿਰਨਾ ਹੁੰਦਾ। ਠੀਕ ਹੈ। ਜਗ੍ਹਾ ਦੀ ਰੰਬੀ ਮਾਰੋ, ਸਫਾਈ ਕਰੋ, ਸਫਾਈ ਕਰਕੇ ਤੇ 3-3 ਫੁੱਟ ਉਹ ਜਗ੍ਹਾ ਬਿਲਕੁਲ ਸਾਫ਼ ਹੋਣੀ ਚਾਹੀਦੀ ਹੈ। ਬਿਲਕੁਲ ਸਾਫ਼ ਹੋਣੀ ਚਾਹੀਦੀ, ਸਾਫ਼ ਹੋਣੀ ਚਾਹੀਦੀ ਹੈ, ਤਾਂ ਕਿ ਮੈਂ ਵੀ ਜਾਵਾਂ ਤੇ ਜਦੋਂ ਬਾਹਰੋਂ ਝਾਤੀ ਮਾਰਾਂ ਤਾਂ ਕਿ ਮੇਰੇ ਪੈਰਾਂ ਨੂੰ ਕਲੀ ਲੱਗੇ, ਤਾਂ ਕਿ ਜਰਾਸੀਮ ਮਰ ਸਕਣ। ਠੀਕ ਹੈ, ਠੀਕ ਹੋ ਗਿਆ। ਬਿਲਕੁਲ ਜਨਾਬ, ਚੂਨਾ ਕਿੰਨਾ ਜ਼ਰੂਰੀ ਹੈ, ਠੀਕ ਹੈ ਜੀ। ਤੁਸੀਂ ਸੁਣ ਲਿਆ ਭਾਈ ਉਹਨਾਂ ਕੋਲ ਕਿ ਜਨਾਬ ਚੂਨਾ ਜਿਹੜਾ ਨਾ ਇਹ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ। ਭਾਈ ਉਹਨਾਂ ਨੇ ਕਿਹਾ ਕਿ ਜਨਾਬ ਹਰ ਹਫਤੇ ਬਾਅਦ 2 ਹਫਤੇ ਬਾਅਦ ਜਨਾਬ ਚੂਨਾ ਜਿਹੜਾ ਤੁਸੀਂ ਸ਼ੈੱਡ ਦੇ ਸਾਈਡਾਂ ਤੇ ਬਾਹਰਲੀ ਸਾਈਡਾਂ ਤੇ ਜ਼ਰੂਰ ਖਿਲਾਰਨਾ ਜੇ, ਠੀਕ ਹੈ ਜੀ। ਦਰਵਾਜ਼ੇ ਦੇ ਅੱਗੇ ਜ਼ਰੂਰ ਖਿਲਾਰਨਾ ਜੇ, ਇਸ ਵਾਸਤੇ ਕਿ ਜਨਾਬ ਜਿਹੜਾ ਕੋਈ ਵੀਰ ਅੰਦਰ ਜਾਵੇ ਬਾਹਰ ਆਵੇ ਤਾਂ ਉਹਦੇ ਜਰਾਸੀਮ ਜਿਹੜੇ ਰੋਜ਼ ਜ਼ਾਇਆ ਹੋ ਜਾਣ। ਦੇਖੋ ਤੁਹਾਨੂੰ ਫਾਇਦੇ ਵਾਸਤੇ ਚੀਜ਼ਾਂ ਤਾਂ ਦੱਸੀਆਂ ਨੇ ਅੱਜ ਤੋਂ ਬਾਅਦ ਕਿ ਇਹ ਦਿਨਾਂ ਦੇ ਵਿੱਚ, ਕਿਉਂਕਿ
ਹਰ ਤੁਹਾਨੂੰ ਵਾਅਦਾ ਕੀਤੇ ਕਿ ਹਰ ਮਹੀਨੇ ਵਿੱਚ ਹਰ ਮੌਸਮ 'ਚ ਹਰ ਮੌਸਮ ਦੀ ਹਰ ਬਿਮਾਰੀ ਦਾ ਇਲਾਜ ਦੱਸਦੇ ਜਾਵਾਂਗੇ। ਇਸ ਤਰ੍ਹਾਂ ਕਰਨਾ ਕਿ ਜਿਹਨੇ 100 ਚੂਚਾ ਰੱਖਿਆ ਦਾ ਜਾਂ 1000 ਜਾਂ 50000 ਪਾਇਆ ਦੇਣਾ, ਉਹ ਸਭ ਤੋਂ ਮੇਨ ਪਹਿਲੇ ਲੈ ਲੈਣੇ ਜੁੱਤੀਆਂ ਲੈਵੇ। ਅੱਛਾ। ਤੇ ਉਹ ਫਾਰਮ ਦੇ ਵਿੱਚ ਪੱਕੀਆਂ ਬਾਹਰ ਰੱਖਦੇ ਨੇ। ਠੀਕ ਹੈ। ਆਪ ਜਦੋਂ ਵੀ ਜਾਣਾ ਆਪਣੀ ਜੁੱਤੀ ਬਾਹਰ ਲਾ ਕੇ ਤੇ ਉਹ ਜੁੱਤੀ ਪਾ ਕੇ ਫਾਰਮ ਦੇ ਅੰਦਰ ਜਾਵੇ, ਜਿਹੜਾ ਵੀ ਜਾਵੇ। ਠੀਕ ਹੈ। ਇਸ ਵਾਰ ਅਗਰ ਮੈਂ ਫੇਰੀ ਵਾਲਾ, ਮੇਰੇ ਵਾਸਤੇ ਜੁੱਤੀ ਸਪੈਸ਼ਲ ਹੋਵੇ, ਪਤਾ ਕਿਉਂ? ਕਿ ਮੈਂ ਵੀ ਆਪਣੀ ਜੁੱਤੀ ਜਿਹੜੀ ਬਾਹਰ ਲਾਵਾਂ, ਅਗਲੇ ਦੀ ਪਾ ਕੇ ਤੇ 5 ਮਿੰਟਾਂ ਦਾ ਕੰਮ ਆ ਸਾਰਾ। ਹਾਂ, ਅੰਦਰੋਂ ਫੇਰਾ ਮਾਰ ਕੇ ਲੈ ਕੇ ਮਾਲ ਪਾ ਕੇ ਲੈ ਕੇ ਆਵਾਂ। ਠੀਕ ਹੈ। ਤਾਂ ਕਿ ਮੇਰੀ ਜੁੱਤੀ ਦੇ ਜਰਾਸੀਮ ਜਿਹੜੇ ਬਾਹਰ ਦੇ ਉਹ ਹੁੰਦੇ, ਕਿਉਂਕਿ ਮੈਂ ਹਰ ਇਲਾਕੇ ਜਾਣਾ ਹੁੰਦਾ, ਫਿਰਨਾ ਹੁੰਦਾ। ਬਿਲਕੁਲ ਹਰ ਖੁੱਡੇ ਤੇ ਜਾਣਾ ਹੁੰਦਾ, ਹਰ ਜਗ੍ਹਾ ਤੇ ਲੈ ਜਰਾਸੀਮ ਹੁੰਦੇ ਨੇ ਤੁਹਾਡੇ ਨਾਲ। ਹਾਂ, ਇਸ ਵਾਸਤੇ ਕਿ ਜਦੋਂ ਅਸੀਂ ਆਪਣੇ ਘਰੋਂ ਨਿਕਲ ਜਾਣਾ ਵਾ, ਕੱਪੜੇ ਬਦਲ ਕੇ ਜਾਣਾ ਹੁੰਦਾ, ਨਹੀਂ। ਠੀਕ ਹੈ। ਬਿਲਾ ਨਾਗਾ ਉਹ ਜੋ ਮਰਜ਼ੀ ਹੋਵੇ। ਠੀਕ ਹੈ। ਤੇ ਜੇ ਜੁੱਤੀ ਆ ਉਹ ਅਸੀਂ ਧੋ ਕੇ ਲੈ ਕੇ ਜਾਂਦੇ ਹਰ ਜੋ ਰੋਜ਼। ਤੁਹਾਨੂੰ ਤੇ ਚਲੋ ਪਤਾ ਨਾ ਇਸ ਚੀਜ਼ ਦਾ, ਤੇ ਲੇਕਿਨ ਜਿਹੜੇ ਦੂਸਰੇ ਫੇਰੀਵਾਨ ਨੇ ਉਹਨਾਂ ਨੂੰ ਕੀ ਲੋੜ ਹੈ? 15 ਦਿਨ ਕੱਪੜੇ ਨਹੀਂ ਬਦਲੇ, ਉਹਨਾਂ ਨੂੰ ਤਾਂ ਜ਼ਰੂਰਤ ਨਹੀਂ ਅਸੀਂ। ਲੇਕਿਨ ਅਸੀਂ ਡੇਲੀ ਬਿਲਾ ਨਾਗਾ ਕੱਪੜੇ ਬਦਲਨੇ ਹੁੰਦੇ ਨੇ, ਭਾਵੇਂ ਇਸ ਟਾਈਮ ਅਸੀਂ ਕੱਪੜੇ ਪੱਠੇ ਪੁੱਠੇ ਪਾਉਣੇ ਹੁੰਦੇ ਨੇ, ਤੇ ਕੋਈ ਗੱਲ ਨਹੀਂ, ਆਪਣੇ ਫਾਰਮ ਤੇ ਰਹਿਣਾ ਹੁੰਦਾ। ਠੀਕ ਹੈ। ਜਦੋਂ ਅਸੀਂ ਘਰੋਂ ਬਾਹਰ ਜਾਣਾ, ਅਸੀਂ ਕੱਪੜੇ ਬਦਲਣ ਤੋਂ ਬਗੈਰ, ਜੁੱਤੀ ਧੋਣ ਤੋਂ ਬਗੈਰ ਨਹੀਂ ਜਾਂਦੇ ਨਹੀਂ। ਅੱਜ ਪਤਾ ਕਿ ਅਗਲੇ ਤੇ ਫੱਛਾ ਫਾਰਮ ਤੇ ਜਾਣਾ ਇਸ ਵਾਰ ਕਿਉਂਕਿ ਉਹਦੇ ਜਾਣ ਤੋਂ ਪਹਿਲੇ ਉਹਨੂੰ ਇਹ ਵੀ ਗੱਲ ਕਹਿੰਦੇ ਹੁੰਦੇ ਹਰ ਵਾਰੀ ਤਾਂ ਕਿ ਜੁੱਤੀ ਪਈ ਆ, ਜੁੱਤੀ ਉਹਨਾਂ ਸਾਡੇ ਵਾਸਨਾ ਰੱਖੀ ਹੁੰਦੀ ਆ। ਠੀਕ ਹੈ। ਤੇ ਠੀਕ ਹੈ ਯਾਰ, ਆਓ ਪਾਓ ਤੇ ਲੈ ਜਾਓ ਜੀ। ਦੋਸਤੋ ਗੱਲ ਇੱਕ ਹੋਰ ਸੁਣ ਲਓ, ਨਵਾਂ ਪੁਆਇੰਟ ਆ ਗਿਆ ਜੇ ਕਿ ਜੁੱਤੀਆਂ ਕਮ ਸੇ ਕਮ 100 ਰੁਪਏ ਦੀ ਲੈ ਲੈਣ ਦੀ ਜੁੱਤੀ ਜਿਹੜੀ ਹੁੰਦੀ ਹੈ ਨਾ, 100 ਰੁਪਏ ਦੀ ਇੱਕ ਜੁੱਤੀ ਆ ਰਹੀ ਹੈ। ਗਲੀ ਮਹੱਲੇ 'ਚ ਲੋਕ ਫੇਰੀਵਾਨ ਵੇਚਦੇ ਨੇ, 100 ਰੁਪਏ ਦੀ 150 ਰੁਪਏ ਦੀ ਜੁੱਤੀ ਆ ਰਹੀ ਆ। ਉਹ ਕਮ ਸੇ ਕਮ 2 ਤੋਂ 3 ਜੁੱਤੇ ਤੁਹਾਡੇ ਫਾਰਮ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ, ਇਸ ਵਾਸਤੇ ਮੌਜੂਦ ਹੋਣੀ ਚਾਹੀਦੀ, ਇਸ ਵਾਸਤੇ ਕਿ ਉਹ ਤੁਹਾਡੇ ਲਈ ਵੀ ਜ਼ਰੂਰੀ ਹੋ ਗਿਆ ਕਿ ਤਾਂ ਕਿ ਤੁਸੀਂ ਜਿਹੜੇ ਆਪਣੀ ਘਰ 'ਚ ਇਸਤੇਮਾਲ ਕਰਦੇ ਹੋ, ਜੋ ਤੁਸੀਂ ਆਪਣੇ ਮਤਲਬ ਬਾਹਰ ਜਾਂ ਅੰਦਰ ਜਾਂਦੇ ਹੋ, ਉਸ ਤੋਂ ਬਾਅਦ ਜਦੋਂ ਤੁਸੀਂ ਸ਼ਹਿਰ ਦੇ ਵਿੱਚ ਆਉਂਦੇ ਹੋ ਤਾਂ ਤੁਸੀਂ ਵੀ ਆਪਣੀ ਜੁੱਤੀ ਜਿਹੜੀ ਤੁਹਾਡੀ ਪਰਸਨਲ ਜੁੱਤੀ ਆ ਉਹਨੂੰ ਤੁਸੀਂ ਲਾ ਦਿਓ, ਤੇ ਉਹ ਜਿਹੜੀ ਤੁਸੀਂ ਲੈ ਲੈਣ ਦੀ ਉੱਥੇ ਜੁੱਤੀ ਰੱਖੀ ਹੋਣੀ ਆ ਨਾ ਦਰਵਾਜ਼ੇ ਦੇ ਲਾਗੇ, ਉਹ ਪਾ ਕੇ ਤੇ ਫਿਰ ਤੁਸੀਂ ਸ਼ਹਿਰ ਦੇ ਵਿੱਚ ਜਾਣਾ, ਤੇ ਜਦੋਂ ਬਾਹਰ ਆਣਾ ਤੇ ਉਹ ਜੁੱਤੀ ਫਿਰ ਉੱਥੇ ਰੱਖ ਦੇਣੀ ਹੈ ਲਾ ਕੇ, ਫਿਰ ਆਪਣੀ ਪਾ ਕੇ ਤੁਸੀਂ ਆ ਜਾਣਾ। ਮਿਹਰਬਾਨੀ ਜੇ ਹੈ ਤੇ ਥੋੜੀ ਜਿਹੀ ਤਕਲੀਫ ਹੀ ਹੈ ਥੋੜੀ ਤਕਲੀਫ ਹੀ ਹੈ, ਲੇਕਿਨ ਹੈ ਕਿ ਇhtiyat ਹਜ਼ਾਰਾਂ ਦਾ ਲੱਖਾਂ ਦਾ ਹਾਂ, ਜਿਸ ਤਰ੍ਹਾਂ ਮਤਲਬ ਕਿ ਇhtiyat ਜ਼ਰੂਰੀ ਹੈ। ਇਸ ਕਰਕੇ ਤੁਹਾਨੂੰ ਦੱਸ ਦਿੱਤਾ ਜੇ ਕਿ ਜਨਾਬ ਜੁੱਤੀਆਂ ਦਾ 2-3 ਜੁੱਤੀਆਂ ਤੁਹਾਡੇ ਉੱਥੇ ਹਰ ਹਾਲ ਦੇ ਵਿੱਚ ਪਈ ਹੋਣੀ ਚਾਹੀਦੀ। ਜੇ ਕੋਈ ਫੇਰੀਵਾਨ ਵੀ ਆਵੇ, ਭਾਈ ਉਹਨੇ ਕਿਹਾ ਕਿ ਜੇ ਕੋਈ ਫੇਰੀਵਾਨ ਵੀ ਆਏ, ਉਹਨੇ ਕਹਿਣਾ ਭਾਈ ਆਪਣੀ ਜੁੱਤੀ ਉਤਾਰ ਤੇ ਇਹ ਜੁੱਤੀ ਪਾ ਤੇ ਫਿਰ ਅੰਦਰ ਜਾ। ਠੀਕ ਹੈ ਦੋਸਤੋ, ਇਹ ਬਹੁਤ ਅੱਛਾ ਪੁਆਇੰਟ ਹੈਗਾ ਜੇ, ਇਹਨੂੰ ਜ਼ਰਾ ਤੁਸੀਂ ਆਪਣੇ ਜ਼ਿਹਨ 'ਚ ਨੋਟ ਕਰ ਲਵੋ, ਕਾਪੀ ਤੇ ਨੋਟ ਕਰ ਲਵੋ, ਇਹ ਜ਼ਿਹਨ 'ਚ ਰੱਖਣੀ ਜੀ। ਇਹ 3 ਤੋਂ 4 ਮਹੀਨੇ ਜਿਹੜੇ ਨੇ ਗਰਮੀਆਂ ਦੇ ਨਾ, ਇਹਦੇ ਵਿੱਚ ਇਹੋ ਹੀ ਸੂਰਤ ਹਾਲ ਹੋਣੀ ਚਾਹੀਦੀ ਆ। ਅਗਰ ਕੋਈ ਕਹਿੰਦਾ ਕਿ ਨਹੀਂ ਵੀ ਮੈਂ ਨਹੀਂ ਲਾਣੀ ਹੈਗੀ, ਮੈਂ ਆਪਣੇ ਲਈ ਲੈ ਕੇ ਜਾਣਾ ਅੰਦਰ, ਤੇ ਫਿਰ ਉਹਨੂੰ ਕਹੋ ਭਾਈ ਤੇਰੀ ਮਿਹਰਬਾਨੀ ਆ, ਤੂੰ ਨਿਕਲਣ ਦੀ ਕਰ ਇੱਥੋਂ। ਕਿਉਂ? ਕਿਉਂਕਿ ਇਸ ਵਾਸਤੇ ਤੁਸੀਂ ਮੱਥੇ ਤੇ ਅੱਖਾਂ ਰੱਖਣੀਆਂ ਨੇ, ਮੱਥੇ ਤੇ ਅੱਖਾਂ ਰੱਖੋਗੇ ਤੇ ਫਿਰ ਤੁਸੀਂ ਕਾਮਯਾਬ ਹੋਵੋਗੇ। ਤੂੰ ਕਹ ਭਾਈ ਠੀਕ ਹੈ, ਤੂੰ ਨਿਕਲ ਭਾਈ, ਤੂੰ ਕਿਸੇ ਹੋਰ ਮਕਸਦ ਲਈ ਆਏ ਨਾ, ਤੂੰ ਸਾਡੇ ਮਾਲ ਲੈਣ ਨਹੀਂ ਆਇਆ, ਕਿ ਤੂੰ ਮਾਲ ਲੈਣ ਆਇਆ ਤਾਂ ਸਾਡੀ ਗੱਲ ਮੰਨੇ। ਇਹ ਕੋਈ ਬੁਰਾ ਕੰਮ ਨਹੀਂ ਹੈਗਾ ਕਿ ਤੂੰ ਉਹਨੂੰ ਕਿਹਾ ਜੁੱਤੀ ਆ ਲਾ ਦੇ ਤੇ ਆ ਪਾ ਤੇ ਅੱਗੇ ਚੱਲ ਜਾ ਅੰਦਰ, ਇਹ ਕੋਈ ਬੁਰੀ ਗੱਲ ਨਹੀਂ ਹੈਗੀ। ਅਗਰ ਨਾ ਮੰਨੇ ਤੇ ਉਹਨੂੰ ਸਾਡੇ ਕਰਵਾਓਗੇ ਭਾਈ ਠੀਕ ਹੈ ਅੱਲਾ ਦੀ ਸਪੋਰਟ ਤੂੰ ਜਾ। ਬਾਕੀ ਇਨਸ਼ਾਅੱਲਾ ਦੋਸਤੋ, ਇਨਸ਼ਾਅੱਲਾ ਵਕਤ ਦੇ ਨਾਲ ਤੁਹਾਨੂੰ ਹਰ ਚੀਜ਼ ਆਗਾਹ ਕਰਾਂਗੇ ਇਨਸ਼ਾਅੱਲਾ। ਹਾਂ, ਕਰਦੇ ਜਾਵਾਂਗੇ। ਤੁਹਾਡੇ ਨਾਲ ਵਾਅਦਾ ਕੀਤਾ ਦਾ ਵਾ। ਹਾਂਜੀ, ਇਹ ਬੈੱਡ ਫਲੋਰ ਵਾਲੀ ਜਿਹੜੀ ਬਿਮਾਰੀ ਭਾਈ ਦੱਸਦੇ ਪਏ ਨੇ ਕਿ ਕਹਿੰਦੇ ਨੇ ਕਿ 10-15 ਦਿਨ ਤੋਂ ਤੱਕ ਇਹ ਰਹਿਣੀ ਹੈ, ਇਹ ਖਤਮ ਹੋ ਜਾਂਦੀ, ਲੇਕਿਨ ਇਹ ਸਾਡੇ ਚੂਜ਼ੇ ਲਈ ਜ਼ਿਆਦਾ ਨਹੀਂ ਹੈਗੀ, ਇਸ ਵਾਸਤੇ ਕਿ ਇਹ ਹੈ ਬਲੈਲਰ ਵਾਸਤੇ। ਠੀਕ ਹੈ, ਗੋਲਡਨ, ਮਿਸ਼ਰੀ, ਸਿਲਵਰ ਇਹਨਾਂ ਚੂਜ਼ਿਆਂ ਨੂੰ ਘੱਟ ਪੈਂਦੀ ਆ। ਅਗਰ ਉਹ ਫਾਰਮ ਦੇ ਲਾਗੇ, ਬਲੈਲਰ ਫਾਰਮ ਦੇ ਲਾਗੇ ਫਾਰਮ ਵਾਲਾ ਕੋਈ ਹੋਏ ਤਾਂ ਉਹਨੂੰ ਪੈਂਦੀ ਆ, ਇਸ ਤਰ੍ਹਾਂ ਉਹਨੂੰ ਪੈ ਜਾਂਦੀ। ਲੇਕਿਨ ਜੇ ਦੂਰ ਦਰਾਜ ਤੇ ਹੋਣ ਔਰ ਜਿਹਨਾਂ ਦੇ ਲਾਗੇ ਬਲੈਲਰ ਵਾਲਾ ਨਾ ਕੋਈ ਵੀ ਫਾਰਮ ਹੋਏ ਤੇ ਉਹਨਾਂ ਦੇ ਮਾਲ ਨੂੰ ਕੁਝ ਨਹੀਂ ਹੁੰਦਾ। ਇਸ ਚੀਜ਼ ਤੋਂ ਤੁਸੀਂ ਥੋੜੀ ਟੈਨਸ਼ਨ ਨਹੀਂ ਲੈਣੀ ਹੈਗੀ। ਹੋਰ ਗੱਲ ਆ ਕਿ ਅਗਲੇ ਦੇ ਫਾਰਮ ਤੇ ਜਾ ਕੇ ਨਾ ਕਰੀ 5-10 ਕਿਲੋ ਫੀਡ ਵੀ ਲਿਆਉਣ ਦੀ ਕੋਸ਼ਿਸ਼ ਨਹੀਂ ਕਰਨੀ, ਨਹੀਂ ਜਾਣਾ। ਦੇਖੋ ਕਿ ਤੁਸੀਂ ਆਪਣੇ ਘਰ ਫੀਡ ਰੱਖੀ ਹੈ ਨਾ, ਤੇ ਕਮ ਸੋ ਕਮ ਵੀ ਸਮਝੋ ਕਿੱਲਾ ਕੁਝ 40-50 ਫੁੱਟ ਹਟਾਵੀਂ ਰੱਖਿਆ ਕਰੋ। ਠੀਕ ਹੈ। ਜਿੰਨੀ ਵੀ ਜ਼ਰੂਰਤ ਹੈ ਉਨੀ ਇਸਤੇਮਾਲ ਲਿਆ ਕਰ ਛੜੀ ਕਮਰੇ 'ਚ। ਠੀਕ ਹੈ। ਤੇ ਇਸ ਵਾਸਤੇ ਕਿ ਫਾਰਮ ਘਰਾਂ ਵਿੱਚ ਤਿੰਨਾਂ ਦੇ ਫਾਰਮ ਤੋਂ ਬਾਹਰ ਹੀ ਹੁੰਦੇ ਨੇ। ਠੀਕ ਹੈ। ਹਵੇਲੀਆਂ ਵਿੱਚ, ਲੇਕਿਨ ਫੀਡ ਘਰਾਂ 'ਚ ਤਾਂ ਬੈਠ ਕੇ ਰੱਖ ਲਿਆ ਕਰੋ ਤਾਂ ਕਿ ਉਹਦੇ ਯਾਸੀਮ ਜਿਹੜੇ ਉਧਰ ਤੋਂ ਉਧਰ ਨਾ ਹੋਣ। ਹਾਂ, ਦੂਸਰੀ ਇੱਕ ਹੋਰ ਗੱਲ ਪੁਆਇੰਟ ਭਾਈ ਹੁਣ ਨਵਾਂ ਪੁਆਇੰਟ ਦੇ ਦਿੱਤਾ ਜੇ ਕਿ ਜਨਾਬ ਜਿਹੜੀ ਫੀਡ ਆ ਨਾ, ਜਿਹੜੇ ਲੋਕ ਅਸੀਂ ਮਤਲਬ ਕਹਿੰਦੇ ਕਿ ਜਿੱਥੇ ਸ਼ੈੱਡ ਬਣਾਇਆ ਦਾ, ਜਿੱਥੇ ਫਾਰਮ ਬਣਾਇਆ ਦਾ, ਉੱਥੇ ਹੀ ਅਸੀਂ ਰੱਖ ਦਈਏ ਫੀਡ, ਉੱਥੇ ਇਸਤੇਮਾਲ ਕਰ ਲਈਏ। ਉਹ ਵੀ ਭਾਈ ਉਹਨਾਂ ਨੇ ਪੁਆਇੰਟ ਉਹਨੇ ਖਤਮ ਕਰਤਾ। ਉਹਨੇ ਕਿਹਾ ਜਨਾਬ ਫੀਡ ਕਮ ਸੇ ਕਮ ਤੁਹਾਡੀ ਫਾਰਮ ਤੋਂ 40 ਤੋਂ 50 ਫੁੱਟ ਦੂਰ ਹੋਣੀ ਚਾਹੀਦੀ ਹੈ, ਯਾਨੀ ਕਿ ਫੀਡ ਜਿੱਥੇ ਤੁਸੀਂ ਫਾਰਮ ਬਣਾਇਆ ਦਾ ਫੀਡ ਉੱਥੇ ਨਾ ਹੋਵੇ, ਤੁਹਾਡੇ ਘਰ ਫੀਡ ਹੋਵੇ, ਤਾਂ ਕਿ ਉਹਦੇ ਵੀ ਯਾਰਾਸੀਮ ਉਹਨਾਂ ਨਾਲ ਮੈਪ ਨਾ ਕਰਨ। ਫੀਡ ਜਿਹੜੀ ਆ ਨਾ ਉਹ ਤੁਸੀਂ ਸ਼ੈੱਡ ਦੇ ਵਿੱਚ ਅੰਦਰ ਨਹੀਂ ਰੱਖਣੇ, ਕਿ ਫੀਡ ਬਾਹਰ ਦੂਸਰੇ ਕੈਪਨ 'ਚ ਰੱਖ ਲਓ, ਯਾਨੀ ਕਿ 40 ਤੋਂ 50 ਯਾਨੀ ਘਰ ਰੱਖ ਲਓ। ਜ਼ਾਹਰ ਹੈ ਜਿੱਥੇ ਤੁਸੀਂ ਫਾਰਮ ਬਣਾਇਆ ਲਾਗੇ ਛਾਗੇ ਘਰ ਤੇ ਤੁਹਾਡਾ ਹੋਣਾ ਹੀ ਆ। ਅਗਰ ਭਾਈ ਜੇ ਕਿਸੇ ਨੇ ਕਿਰਾਏ ਤੇ ਫਾਰਮ ਲਿਆ ਦਾ ਲਾਗੇ ਕਮਰਾ ਹੀ ਨਾਲ ਹੀ ਅਟੈਚ ਹੋਏ ਤੇ ਰੱਖ ਸਕਦਾ, ਉੱਥੇ ਰੱਖ ਸਕਦਾ ਨਾ। ਅੱਛਾ, ਅਗਰ ਨਾ ਰੱਖਿਆ ਜਾਵੇ ਕੋਈ ਮਸਲਾ ਜ਼ਰਾ ਕਿਸ ਤਰ੍ਹਾਂ ਪਤਾ ਕੀ ਹੁੰਦਾ ਕੀ ਆ ਕਿ ਦੇਖੋ ਸਾਡੇ ਮਾਲ ਨੂੰ ਕੋਈ ਬਿਮਾਰੀ ਕੋਈ ਮਸਲਾ ਆ ਜੇ ਨਾ, ਠੀਕ ਹੈ, ਤੇ ਫਿਰ ਉਹ ਫੀਡ ਜਿਹੜੀ ਆ ਕੋਈ ਹੋਰ ਮਸਲਾ ਖੜਾ ਉਹਨੂੰ ਵੀ ਮਸਲਾ ਬਣ ਜਾਏਗਾ। ਉਹਨੂੰ ਤੇ ਚਲੋ ਮਸਲਾ ਬਣ ਗਿਆ, ਲੇਕਿਨ ਜਿਹੜਾ ਅਗਲਾ ਅੱਗੇ ਮਾਲ ਪਾਣਾ ਉਹਦੇ ਲਈ ਵੀ ਨੁਕਸਾਨ ਹੋ ਸਕਦਾ, ਉਹਦੇ ਵਾਸਤੇ ਬਹੁਤ ਜ਼ਿਆਦਾ ਨੁਕਸਾਨ। ਦੋਸਤੋ ਅਸਲ ਗੱਲ ਜਿਹੜੀ ਹੈ ਉਹ ਇਹ ਹੈਗੀ ਹੈ ਕਿ ਅਗਰ ਤੁਹਾਡਾ ਮਾਲ ਜੋ ਕੋਈ ਮਸਲਾ ਬਣਿਆ ਵਾ ਸ਼ੈੱਡ ਦੇ ਅੰਦਰ, ਠੀਕ ਹੈ ਨਾ, ਤੇ ਤੁਸੀਂ ਉਹੀ ਫੀਡ ਜਿਹੜੀ ਆ ਜ਼ਾਹਰ ਬਚ ਜਾਣੀ, ਸੁੱਟਣੀ ਤਾਂ ਹੈ ਕੋਈ ਨਹੀਂ,
ਤੇ ਫਿਰ ਉਹ ਜਿਹੜਾ ਪਹਿਲੇ ਦੂਸਰਾ ਮਾਲ ਅਸੀਂ ਪਾਵਾਂਗੇ ਨਾ, ਹੋ ਸਕਦਾ ਉਹੀ ਜਰਾਸੀਮ ਉਹਨੂੰ ਵੀ ਲੱਗ ਜਾਣ, ਇਸ ਤਰ੍ਹਾਂ ਹੀ ਹੋ ਸਕਦਾ। ਇਸ ਕਰਕੇ ਫੀਡ ਨੂੰ ਤੁਸੀਂ ਥੋੜਾ ਹੱਟ ਬਣਾ ਰੱਖਣਾ ਜੇ, ਥੋੜੇ ਦੂਰ ਰੱਖਣਾ ਜੇ, ਮਿਹਰਬਾਨੀ। ਫਿਰ ਤਾਜ਼ੀ ਲਿਆ ਕੇ ਨਾ ਇਸਤੇਮਾਲ ਕਰਨੀ। ਹਾਂਜੀ। ਅੱਛਾ ਭਾਈ ਬੱਗਾ ਜੀ, ਸਾਧ ਭਾਈ ਨੇ ਲਾਹੌਰ ਤੋਂ, ਉਹਨਾਂ ਦਾ ਸਵਾਲ ਹੈ ਕਿ ਅਗਰ ਇੱਕ ਬੰਦਾ, ਸਿੰਗਲ ਬੰਦਾ ਨਵਾਂ ਹੋਵੇ, ਪੁਰਾਣੇ ਬੰਦੇ ਨੂੰ ਤਾਂ ਛੱਡੋ, ਜਿਹੜਾ 10-15 ਸਾਲ ਤੋਂ ਕੰਮ ਕਰ ਰਿਹਾ ਉਹਨੂੰ ਤਾਂ ਸਾਰੇ ਤਜਰਬਿਆਂ ਦਾ ਪਤਾ, ਨਵਾਂ ਬੰਦਾ ਇੱਕ ਇਕੱਲਾ ਹੀ ਉਹ ਕਿੰਨੇ ਕੁ ਮਾਲ ਨੂੰ ਸਾਂਭ ਸਕਦਾ ਹੈ? 1000, 2000, 3000, 4000, 5000 ਕਿੰਨਾ ਕੁ ਮਾਲ ਨੂੰ ਸਾਂਭ ਸਕਦਾ? ਉਹਦੀ ਹਿਫਾਜ਼ਤ ਅੱਛੇ ਤਰੀਕੇ ਨਾਲ ਕਿੰਨੇ ਨੂੰ ਕਰ ਸਕਦਾ ਹੈ? ਦੇਖੋ, ਇੱਕ ਜਿਹੜਾ ਮਿਸਾਲ ਤੁਹਾਨੂੰ ਦੋਵੇਂ ਤਰੀਕੇ ਦੱਸਦਾ ਸੀ ਨਾ। ਅੱਛਾ। ਕਿ ਜਿਹੜਾ ਆਂਡੇ ਵਾਲੀ ਮੁਰਗੀ ਤਿਆਰ ਕਰਦਾ ਨਾ, ਮਿਸਾਲ ਇੱਕ ਜਾਨਵਰ, ਅੱਛਾ, ਉਹ 4000 ਵਾਸਤੇ ਇੱਕ ਬੰਦਾ ਕਾਫੀ ਆ। ਇੱਕ ਬੰਦਾ ਕਾਫੀ ਆ ਆਂਡੇ ਵਾਲੀ ਮੁਰਗੀ ਵਾਸਤੇ? ਆਂਡੇ ਵਾਲੀ ਮੁਰਗੀ ਵਾਸਤੇ, ਠੀਕ ਹੈ। ਤੇ ਜਿਹਨੇ ਮਿਕਸ ਮਾਲ ਕਰਨਾ ਵਾ ਤਿਆਰ ਆ, ਇੱਕ ਦਿਨ ਤੋਂ ਲੈ ਕੇ ਵੱਡਾ, ਉਹ ਇੱਕ ਬੰਦਾ ਨੇ 20,000 ਚੀਜ਼ਾਂ ਤਿਆਰ ਸਕੂਲ ਨੇ ਕਰ ਸਕਦਾ। ਇੱਕ ਬੰਦਾ? ਠੀਕ ਹੈ। ਦੂਸਰਾ ਨਵਾਂ ਬੰਦਾ ਕਿ ਪੁਰਾਣਾ? ਨਵਾਂ ਬੰਦਾ ਕਰ ਸਕਦਾ। ਹਾਂ, 20,000 ਚੀਜ਼ਾਂ ਤਿਆਰ ਕਰ ਸਕਦਾ ਇਸੇ ਤਰੀਕੇ ਨਾਲ। ਅੱਛਾ, ਇਸੇ ਤਰੀਕੇ ਨਾਲ, ਠੀਕ ਇਸੇ ਹੈ। ਤਰੀਕੇ ਸਕੂਨ ਦੇ ਨਾਲ, ਠੀਕ ਹੈ। ਤੇ ਮਿਕਸ ਮਾਲ। ਹਾਂ। ਤੇ ਇਹ ਉਹਨੇ ਮਾਲ ਸਮਝੀ ਕੱਲਾ ਦੂਸਰਾ ਹੀ ਕਰਨਾ ਹੋਵੇ, ਤੇ ਮੁਰਗਾ, ਤੇ ਉਹ 10,000 ਤੱਕ, ਯਾਨੀ ਕਿ ਅੱਧਾ ਕਿਲੋ 500 ਗ੍ਰਾਮ ਤੋਂ ਲੈ ਕੇ ਕਿਲੋ ਤੱਕ ਕਰਨਾ ਜਾਂ 1.25 ਕਿਲੋ ਤੱਕ ਕਰਨਾ, ਉਹ ਇੱਕ 10,000 ਚੂਚਾ ਤਿਆਰ ਕਰ ਸਕਦਾ। ਉਹ 10,000, ਕਿਉਂਕਿ 10,000 ਚੂਚੇ ਦੇ ਫਿਰ ਨਾ ਉਹਨੇ 3 ਤੋਂ 4 ਮਹੀਨੇ ਦਾ ਪੀਰੀਅਡ ਲੈਣਾ ਹੁੰਦਾ ਵਾ ਤਿਆਰ ਕਰਨ ਵੱਡੇ ਤੱਕ। ਠੀਕ ਹੈ। ਫਿਰ ਉਹਦੇ ਵਿੱਚ ਨਾ ਇਕੱਲੇ ਬੰਦੇ ਵਾਸਤੇ ਥੋੜੀ ਦੌੜ ਜ਼ਿਆਦਾ ਹੋ ਜਾਂਦੀ ਆ, ਕਿਉਂਕਿ ਉਹਨੂੰ ਖੁਰਾਕ ਵੀ ਬੜੀ ਪਾਣੀ ਪੈ ਜਾਂਦੀ ਆ। ਬਿਲਕੁਲ ਠੀਕ ਹੈ। ਇਕੱਲਾ ਬੰਦਾ ਜਿਹੜਾ ਇਜ਼ੀ ਸਕੂਨ ਨਾਲ 10,000 ਕਰ ਸਕਦਾ, ਤੇ 20,000 ਕਰ ਸਕਦਾ ਵਾ ਛੋਟਾ। ਠੀਕ ਹੈ। ਅੱਧਾ ਕਿਲੋ ਤੱਕ, 400 ਗ੍ਰਾਮ ਤੱਕ। ਅਗਰ ਭਾਈ ਸਾਹਿਬ ਜੇ ਅਗਰ ਤੁਹਾਡੇ ਕੋਲ ਤੁਸੀਂ ਇੱਕ ਦਿਨ ਦਾ ਚੂਜ਼ਾ ਲੈ ਕੇ ਤੇ 40 ਦਿਨਾਂ ਦਾ 50 ਦਿਨਾਂ ਤੱਕ ਕਰਨਾ, ਤੇ ਫਿਰ ਜਨਾਬ ਤੁਸੀਂ 20,000 ਚੂਜ਼ਾ ਵੀ ਕਰ ਸਕਦੇ ਹੋ ਤਿਆਰ ਇੱਕ ਬੰਦਾ। ਤੇ ਅਗਰ ਤੁਸੀਂ ਜਨਾਬ ਕਹਿੰਦੇ ਹੋ ਕਿ ਅਸੀਂ ਇੱਕ ਦਿਨ ਤੋਂ ਲੈ ਕੇ ਤੇ ਕਰਨਾ ਆ 80 ਦਿਨਾਂ ਤੱਕ, 90 ਦਿਨਾਂ ਤੱਕ ਕਰਨਾ ਆ ਕਿਲੋ 1.25 ਕਿਲੋ ਦਾ, ਤੇ ਫਿਰ ਤੁਸੀਂ 10,000 ਵੀ ਤਿਆਰ ਕਰ, ਇੱਕ ਬੰਦਾ 10,000 ਤਿਆਰ ਕਰ ਸਕਦਾ ਆ। ਅਗਰ ਭਾਈ ਉਹਨਾਂ ਨੇ ਕਿਹਾ ਕਿ ਅਗਰ ਆਂਡੇ ਵਾਲੀ ਮੁਰਗੀ ਦਾ ਕੰਮ ਕਰਨਾ ਆ, ਤੇ ਫਿਰ ਤੁਸੀਂ 4,000 ਮੁਰਗੀ ਤੇ ਇੱਕ ਬੰਦਾ ਬਹੁਤ ਕਾਫੀ ਹੈਗਾ। ਇਸ ਤਰ੍ਹਾਂ ਹੀ ਆ। ਜਦੋਂ ਦੋਸਤੋ ਭਾਈ ਬੱਗੇ ਦੇ ਸ਼ਹਿਰ ਦੇ ਵਿੱਚ ਨਾ 25 ਤੋਂ 30 ਚੂਜ਼ੇ ਰਹਿ ਗਏ ਨੇ, ਅੱਜ ਅੱਲਾ ਖੈਰ ਕਰੇ ਇਹਨਾਂ ਨੇ ਚੂਜ਼ੇ ਵੇਚ ਦੇਣੇ, ਤੇ ਕੱਲ ਕੋਸ਼ਿਸ਼ ਕਰਾਂਗੇ ਕਿ ਜਨਾਬ ਆਪਣੇ ਮਾਲ ਨੂੰ ਹੱਥ ਲਾ ਦਈਏ। ਤੇ ਅਸੀਂ ਬੜੀ ਬੇਤਾਬੀ ਨਾਲ ਇੰਤਜ਼ਾਰ ਕਰ ਰਹੇ ਹਾਂ, ਔਰ ਸਾਡੇ ਦੋਸਤ ਵੀ ਬੜੀ ਬੇਤਾਬੀ ਨਾਲ ਭਾਈ ਬੱਗਾ ਜੀ ਇੰਤਜ਼ਾਰ ਕਰ ਰਹੇ ਨੇ ਕਿ ਜਨਾਬ ਫਲਾਗ ਦਾ ਐਂਡ ਹੋਵੇ, ਫਲਾਗ ਦੇ ਵਿੱਚੋਂ ਬਚਦਾ ਕੀ ਆ, ਕਿਉਂਕਿ ਕਾਫੀ ਜ਼ਿਆਦਾ ਲੋਕਾਂ ਨੇ ਉਮੀਦਾਂ ਲਾਈ ਦੀਆਂ ਨੇ ਕਿ ਜਨਾਬ ਇਸ ਫਲਾਗ ਦੇ ਵਿੱਚ ਕੀ ਬਚਦਾ, ਤੇ ਇਹੋ ਕੰਮ ਕਰ ਲਈਏ। ਠੀਕ ਹੈ ਨਾ, ਕਿਉਂਕਿ ਜਿਹੜੇ ਟਾਈਮ ਘੱਟ ਦੇ ਸਕਦੇ ਨਾ ਇਸ ਕਾਰੋਬਾਰ ਨੂੰ, ਉਹਨਾਂ ਵਾਸਤੇ ਬੜਾ ਜ਼ਬਰਦਸਤ ਹੈਗਾ ਅੱਧਾ ਕਿਲੋ ਵਾਲਾ। ਠੀਕ ਹੈ, ਉਹ ਬਹੁਤ ਚੰਗਾ ਕੰਮ ਕਰਦੇ। ਹਾਂਜੀ। ਤੇ ਜਿਹੜੇ ਨਾ ਕੀ ਆ ਪੂਰਾ ਟਾਈਮ ਦੇ ਸਕਦੇ, ਜਿਹਨਾਂ ਨੇ ਕਰਨਾ ਕਿ ਜਨਾਬ ਸਾਰਾ ਦੇਣਾ ਹੀ ਫੋਕਸ ਕਰਨਾ ਹੀ ਉਹਦੇ ਤੇ ਐਸੇ ਕੰਮ ਤੇ, ਉਹ ਅੱਧਾ ਕਿਲੋ ਉਹ ਇੱਕ ਦਿਨ ਵਾਲਾ ਪਾ ਕੇ ਕਰ ਲੈਣ। ਭਾਈ ਸ਼ਾਕਰ ਸਾਹਿਬ ਨੇ ਉਹਨਾਂ ਨੇ ਜਨਾਬ ਕੱਲ ਦਾ ਆਪਣਾ ਇੱਕ ਦਿਨ ਵਾਲਾ ਚੂਜ਼ੇ ਦਾ 1500 ਚੂਜ਼ਾ ਉਹਨਾਂ ਨੇ ਪਾ ਲਿਆ, ਉਹਨਾਂ ਨੇ ਸ਼ੁਰੂ ਕਰ ਦਿੱਤਾ ਆਪਣਾ ਕੰਮ। ਅੱਲਾ ਖੈਰ ਕਰੇ। ਤੇ ਚਲੋ ਇਸ ਤਰ੍ਹਾਂ ਹੀ ਆਸਤਾ ਕੋਈ 1500 ਪਾ ਰਿਹਾ, ਕੋਈ 1000 ਪਾ ਰਿਹਾ, ਕੋਈ 2000 ਪਾ ਰਿਹਾ। ਇਸ ਤਰ੍ਹਾਂ ਹੀ ਹੈ ਨਾ, ਨਾਲੇ ਇੱਕ ਤੇ ਤਰੀਕਾਕਾਰ ਦਾ ਪਤਾ ਚੱਲ ਜਾਏਗਾ, ਨਾਲੇ ਇੱਕ ਤੇ ਬੰਦੇ ਨੂੰ ਭੇਦ ਦਾ ਪਤਾ ਚੱਲ ਜਾਏਗਾ, ਨਾਲੇ ਉਹਨੂੰ ਪਤਾ ਕਿ ਮਾਰਕੀਟ 'ਚ ਹੁੰਦਾ ਕੀ ਪਿਆ ਹੋਵੇ। ਸਭ ਤੋਂ ਸਰ ਮਾਰਕੀਟ ਦੇ ਵਿੱਚ ਸਭ ਤੋਂ ਪਹਿਲੇ ਮਾਲ ਖਰੀਦਣ ਦੀ ਆ, ਮਾਲ ਚੰਗਾ ਮਿਲ ਗਿਆ ਤੇ ਤਿਆਰੀ ਜ਼ਬਰਦਸਤ ਹੋ ਜਾਂਦੀ ਆ। ਫਿਰ ਉਸ ਤੋਂ ਬਾਅਦ ਅੱਜ ਦੀ ਵਿਕਰੀ ਵੀ ਇਸ ਟਾਈਮ ਬਹੁਤ ਮੰਦੀ ਜਾ ਰਹੀ ਆ। ਠੀਕ ਹੈ ਨਾ, ਮੇਨ ਚੀਜ਼ ਹੈਗੀ ਆ ਵਿਕਰੀ। ਤੇ ਕੋਸ਼ਿਸ਼ ਤੁਸੀਂ ਕਰਨੀ ਹੈ ਮਾਲ ਪਾਉਣ ਦੇ ਨਾਲ ਹੀ ਤੁਸੀਂ ਫੇਰੀਵਾਨ ਲੱਭਣੇ ਸ਼ੁਰੂ ਕਰ ਦਿਓ। ਫੇਰੀਵਾਨਾਂ ਦੇ ਨਾਲ ਤੁਸੀਂ ਬਣਾ ਕੇ ਰੱਖੋ, ਉਹਨਾਂ ਨੂੰ ਚਾਹ ਪਾਣੀ ਪਿਲਾ ਕੇ ਰੱਖੋ, ਆਂਦਿਆਂ ਜਾਂਦਿਆਂ ਉਹਦੀ ਸੇਵਾ ਜ਼ਰੂਰ ਕਰੋ, ਇਸ ਵਾਸਤੇ ਕਿ ਚਲੋ ਤੁਹਾਡਾ ਮਾਲ ਜਿਹੜਾ ਨੂੰ ਅੱਛੇ ਤਰੀਕੇ ਨਾਲ ਵੇਚ ਦੇਣਗੇ। ਫੇਰੀਵਾਨ ਬ੍ਰੋਕਰ ਨਾਲੋਂ 150 ਮਹਿੰਗਾ ਖਰੀਦ ਕੇ ਵੇਚ ਦਿੰਦਾ, ਇਸ ਤਰ੍ਹਾਂ ਹੀ ਹੈ ਨਾ, 100 ਰੁਪਇਆ ਮਹਿੰਗਾ ਖਰੀਦ ਕੇ ਵੇਚ ਦਿੰਦਾ। ਇਸ ਵਾਸਤੇ ਕਿ ਬ੍ਰੋਕਰ ਨਾਲੋਂ ਬਿਹਤਰ ਹੈ ਕਿ ਸਾਨੂੰ ਫੇਰੀਵਾਨਾਂ ਨਾਲ ਹੱਥ ਰੱਖਣੇ ਪੈਣਾ ਆ, ਔਰ ਬਣਾ ਕੇ ਰੱਖਣੇ ਪੈਣੀ ਹੈ। ਕੋਸ਼ਿਸ਼ ਕਰਨੀ ਕਿ ਜਦੋਂ ਤੁਸੀਂ ਮਾਲ ਪਾ ਲਿਆ, ਤੁਸੀਂ ਜਨਾਬ ਉਹਦੇ ਬਾਰੇ ਚ ਸੋਚਣਾ ਸ਼ੁਰੂ ਕਰ ਦੇਗੇ, ਹੁਣ ਵੇਚਣਾ ਕਿਸ ਤਰ੍ਹਾਂ ਆ। ਉਹ ਫੇਰੀਵਾਨ ਲੱਭਣੇ ਸ਼ੁਰੂ ਕਰ ਦੇਣੇ, ਲੇਕਿਨ ਫੇਰੀਵਾਨਾਂ ਨੂੰ ਸ਼ੈੱਡ ਦੇ ਵਿੱਚ ਨਹੀਂ ਲਿਆਉਣਾ ਹੈਗਾ ਜੀ। ਇਹ ਜ਼ਿਹਨ 'ਚ ਗੱਲ ਰੱਖਣੀ ਚਾਹੀਦੀ, ਬਾਰ-ਬਾਰ ਇਹ ਗੱਲ ਕਹਿ ਰਹੇ ਕਿ ਫੇਰੀਵਾਨਾਂ ਨਾਲ ਗੱਪਸ਼ਪ ਲਾਣੀ ਹੈ ਤੇ ਆਪਣੇ ਘਰ ਲਾਣੀ ਹੈ, ਸ਼ੈੱਡ ਦੇ ਫਾਰ ਲਾਗੇ ਨਹੀਂ ਲਿਆਉਣਾ। ਅਗਰ ਲਿਆਉਣਾ ਹੈ ਤੇ ਫਿਰ ਉਹਨੂੰ ਬਾਹਰ ਹੀ, ਅੰਦਰ ਨਹੀਂ ਖੜਨਾ। ਠੀਕ ਹੈ, ਕਲੀ ਜ਼ਰੂਰੀ ਜੇ ਹੁਣ। ਹਾਂ, ਚੂਨਾ ਜ਼ਰੂਰੀ ਜੇ ਬਹੁਤ ਦੋਸਤੋ, ਚੂਨਾ ਵੀ ਬਹੁਤ ਜ਼ਰੂਰੀ ਜੇ। ਫਿਰ ਇੱਕ 2-3-4 ਪੁਆਇੰਟ ਨੇ ਇਸ ਵੀਡੀਓ ਦੇ ਵਿੱਚ, ਚੂਨਾ, ਜੁੱਤੀ। ਠੀਕ ਹੈ ਨਾ, ਇਹ ਜਨਾਬ ਪੁਆਇੰਟ ਨੋਟ ਕਰਕੇ ਰੱਖਣੇ ਨੇ ਤੁਸੀਂ। ਕਿਸ ਤਰ੍ਹਾਂ ਲੱਗੀ ਜੇ ਵੀਡੀਓ ਅੱਛੀ ਲੱਗਦੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਇਸ ਤਰ੍ਹਾਂ ਅਸੀਂ ਇਜਾਜ਼ਤ ਚਾਹਾਂਗੇ। ਅੱਲਾ ਹਾਫਿਜ਼।